ਹੈਲੋ ਫਰੈਂਡਸ, ਏਪੀ ਸੋਸ਼ਲ ਸਾਇੰਸ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ 10ਵੀਂ ਕਲਾਸ ਦੀ ਐਸਐਸਟੀ ਨਾਗਰਿਕ ਸ਼ਾਸਤਰ ਦਾ ਲੈਸਨ ਨੰਬਰ 13 ਭਾਰਤੀ ਲੋਕਤੰਤਰ ਦਾ ਸਰੂਪ ਪੜ੍ਹਾਂਗੇ। ਲੋਕਤੰਤਰ ਭਾਵ ਡੈਮੋਕ੍ਰੇਸੀ। ਸੋ ਲੋਕਤੰਤਰ ਨੂੰ ਜਾਣਨ ਤੋਂ ਪਹਿਲਾਂ, ਇਸ ਦੇ ਬਾਰੇ ਪੜ੍ਹਨ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਲੋਕਤੰਤਰ ਕਿਸ ਨੂੰ ਕਹਿੰਦੇ ਆ। ਤਾਂ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਅਸੀਂ ਇੱਕ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਰਹਿੰਦੇ ਹਾਂ, ਅਸੀਂ ਇੱਕ ਲੋਕਤੰਤਰੀ ਦੇਸ਼ ਦੇ ਵਿੱਚ ਰਹਿੰਦੇ ਹਾਂ। ਭਾਰਤ ਇੱਕ ਲੋਕਤੰਤਰੀ ਦੇਸ਼ ਹੈਗਾ ਆ। ਤਾਂ ਇਹ ਹੈ ਕੀ ਹੈ, ਲੋਕਤੰਤਰ ਹੁੰਦਾ ਕੀ ਹੈ? ਤਾਂ ਜਿਹੜਾ ਸਭ ਤੋਂ ਪਹਿਲਾਂ ਇਹਦਾ ਸ਼ਾਬਦਿਕ ਅਰਥ ਪੜ੍ਹਦੇ ਹਾਂ। ਡੈਮੋਕ੍ਰੇਸੀ, ਲੋਕਤੰਤਰ ਜਿਹੜਾ ਅੰਗਰੇਜ਼ੀ ਦੇ ਵਰਡ ਡੈਮੋਕ੍ਰੇਸੀ ਤੋਂ ਲਿਆ ਗਿਆ ਹੈ। ਇਹ ਵੀ ਡੈਮੋਕ੍ਰੇਸੀ ਜਿਹੜਾ ਹੈ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ, ਡੈਮੋਸ ਪਲਸ ਕ੍ਰੇਸ਼ੀਆ। ਕਿਹੜੇ ਕਿਹੜੇ ਵਰਡ ਹੈ? ਡੈਮੋਸ ਪਲਸ ਕ੍ਰੇਸ਼ੀਆ। ਡੈਮੋਸ ਪਲਸ ਕ੍ਰੇਸ਼ੀਆ ਦਾ ਡੈਮੋਸ ਦਾ ਮਤਲਬ ਹੁੰਦਾ ਹੈ ਲੋਕ, ਅਤੇ ਕ੍ਰੇਸ਼ੀਆ ਦਾ ਮਤਲਬ ਹੁੰਦਾ ਹੈ ਸ਼ਾਸਨ, ਭਾਵ ਕਿ ਲੋਕਾਂ ਦਾ ਆਪਣੇ ਉੱਪਰ ਸ਼ਾਸਨ ਕਰਨਾ। ਇੱਥੇ ਲੋਕ ਜਿਹੜੇ ਆ ਆਪਣੇ ਪ੍ਰਤੀਨਿਧੀ, ਆਪਣੀ ਜਿਹੜੀ ਗਵਰਨਮੈਂਟ, ਲੋਕ ਆਪ ਹੀ ਸਰਕਾਰ ਹੁੰਦੇ ਆ, ਆਪ ਹੀ ਸਰਕਾਰ ਹੁੰਦੇ ਆ। ਇਬਰਾਹਿਮ ਲਿੰਕਨ ਦਾ ਵੀ ਜੇ ਅਸੀਂ ਕਥਨ ਸੁਣੀਏ ਤਾਂ ਇਬਰਾਹਿਮ ਲਿੰਕਨ ਵੀ ਇਹੀ ਕਹਿੰਦਾ ਹੈ ਕਿ ਲੋਕਤੰਤਰ ਜਿਹੜੀ ਆ ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਦੁਆਰਾ ਹੀ ਜਿਹੜੀ ਹੈ ਸਰਕਾਰ ਜਿਹੜੀ ਚਲਾਈ ਜਾਂਦੀ ਹੈ, ਲੋਕਾਂ ਦੁਆਰਾ ਹੀ ਸ਼ਾਸਨ ਹੁੰਦਾ ਹੈ। ਤਾਂ ਇਸੇ ਤਰੀਕੇ ਨਾਲ ਫਿਰ ਲੋਕਤੰਤਰ ਜਿਹੜਾ ਆ ਉਹ ਦੋ ਤਰੀਕੇ ਦਾ ਹੁੰਦਾ ਹੈ, ਇੱਕ ਤਾਂ ਪ੍ਰਤੱਖ ਲੋਕਤੰਤਰ ਅਤੇ ਇੱਕ ਅਪ੍ਰਤੱਖ ਲੋਕਤੰਤਰ। ਪ੍ਰਤੱਖ ਲੋਕਤੰਤਰ ਵਿੱਚ ਲੋਕ ਜਿਹੜੇ ਡਾਇਰੈਕਟ ਆਪਣੇ ਆਪ 'ਤੇ ਸ਼ਾਸਨ ਕਰਦੇ ਆ, ਜਿਸ ਤਰ੍ਹਾਂ ਕਿ ਅਸੀਂ ਦੇਖਦੇ ਹਾਂ ਜਿਹੜੇ ਲੋਕ ਆ ਉਹ ਡਾਇਰੈਕਟ ਜਿਹੜੇ ਆ ਪੋਲਿੰਗ ਸਟੇਸ਼ਨ 'ਤੇ ਜਾਂਦੇ ਆ ਅਤੇ ਆਪਣੀ ਆਪਣੀ ਪਸੰਦ ਦੇ ਜਿਹੜੇ ਉਮੀਦਵਾਰ ਹੁੰਦਾ ਉਸਨੂੰ ਵੋਟ ਦਿੰਦੇ ਆ ਅਤੇ ਆਪਣਾ ਪ੍ਰਤੀਨਿਧੀ ਚੁਣ ਲੈਂਦੇ ਆ। ਇਹੋ ਜਿਹੀ ਜਿਹੜੀ ਆ ਲੋਕਤੰਤਰ ਪ੍ਰਣਾਲੀ ਉਹ ਜ਼ਿਆਦਾਤਰ ਹੈਗੀ ਹੈ ਇੰਗਲੈਂਡ ਦੇ ਵਿੱਚ, USA ਦੇ ਵਿੱਚ, ਜਾਪਾਨ, ਫਰਾਂਸ ਆਦਿ ਕੰਟਰੀਆਂ ਦੇ ਵਿੱਚ, ਜਿੱਥੇ ਲੋਕ ਆਪਣਾ ਪ੍ਰੈਜ਼ੀਡੈਂਟ ਜਿਹੜਾ ਵਾ ਡਾਇਰੈਕਟ ਆਪ ਵੋਟ ਪਾ ਕੇ ਚੁਣਦੇ ਆ। ਬਟ ਸਾਡੀ ਜਿਹੜੀ ਕੰਟਰੀ ਹੈਗੀ ਹੈ ਇੰਡੀਆ, ਜਿਸ ਤਰ੍ਹਾਂ ਸਾਡੀ ਕੰਟਰੀ ਹੈ, ਇੱਥੇ ਕੀ ਹੈ, ਇੱਥੇ ਅਪ੍ਰਤੱਖ ਲੋਕਤੰਤਰ ਪਾਇਆ ਜਾਂਦਾ ਆ, ਭਾਵ ਕਿ ਇੱਥੇ ਇਨਡਾਇਰੈਕਟ ਡੈਮੋਕ੍ਰੇਸੀ ਪਾਈ ਜਾਂਦੀ ਆ। ਲੋਕ ਆਪਣਾ ਪ੍ਰਤੀਨਿਧੀ ਆਪ ਨਹੀਂ ਬਲਕਿ ਆਪਣੇ ਜਿਹੜੇ ਆ ਇਨਡਾਇਰੈਕਟ ਵੋਟਾਂ ਪਾ ਕੇ ਆਪਣੇ ਪ੍ਰਤੀਨਿਧੀ ਚੁਣਦੇ ਆ ਅਤੇ ਆਪਣੇ ਚੁਣੇ ਹੋਏ ਪ੍ਰਤੀਨਿਧੀਆਂ ਦੁਆਰਾ ਹੀ ਸ਼ਾਸਨ ਕਰਦੇ ਆ। ਲੋਕ ਆਪ ਜਿਹੜੇ ਪੋਲਿੰਗ ਸਟੇਸ਼ਨ 'ਤੇ ਜਾ ਕੇ MP ਚੁਣਦੇ ਆ, MLA ਚੁਣਦੇ ਆ। ਅੱਗਿਓਂ ਉਹ MLA ਜਿਹੜੇ ਆ ਉਹ ਪ੍ਰਧਾਨ ਮੰਤਰੀ ਜਾਂ ਫਿਰ ਰਾਸ਼ਟਰਪਤੀ ਦੀ ਚੋਣ ਕਰਦੇ ਆ। ਇਸ ਤਰ੍ਹਾਂ ਸਾਡੀ ਕੰਟਰੀ ਦੇ ਵਿੱਚ ਹੋ ਗਈਆਂ ਇਨਡਾਇਰੈਕਟ ਚੋਣਾਂ। ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਭਾਰਤੀ ਜਿਹੜਾ ਲੋਕਤੰਤਰ ਹੈ, ਇਹਦੀਆਂ ਸਫਲਤਾ ਦੀਆਂ ਵਿਸ਼ੇਸ਼ਤਾਵਾਂ, ਸਫਲਤਾ ਦੇ ਲਈ ਜ਼ਰੂਰੀ ਸ਼ਰਤਾਂ ਕੀ ਆ, ਕਿ ਭਾਰਤੀ ਲੋਕਤੰਤਰ ਦੀ ਜਿਹੜੀ ਸਫਲਤਾ ਆ ਇਹਦੇ ਲਈ ਜ਼ਰੂਰੀ ਸ਼ਰਤਾਂ ਕੀ ਹੈਗੀਆਂ ਆ। ਸਫਲਤਾ ਲਈ ਸ਼ਰਤਾਂ ਜਿਹੜੀਆਂ ਵਾ ਉਹ ਤਾਂ ਇੱਕ ਤਾਂ ਲੋਕ ਜਿਹੜੇ ਆ ਪੜ੍ਹੇ ਲਿਖੇ ਹੋਣੇ ਚਾਹੀਦੇ ਆ, ਫਿਰ ਲੋਕ ਜਿਹੜੇ ਆ ਉਹ ਵਿਵੇਕਸ਼ੀਲ ਹੋਣੇ ਚਾਹੀਦੇ ਆ, ਲੋਕ ਜਿਹੜੇ ਆ ਸਮਝਦਾਰ ਹੋਣੇ ਚਾਹੀਦੇ ਆ। ਵਿਵੇਕਸ਼ੀਲ, ਸਮਝਦਾਰ, ਤਰਕਪੂਰਨ ਸੋਚ ਰੱਖਣ ਵਾਲੇ, ਜ਼ਿੰਮੇਵਾਰ ਅਤੇ ਜਨਤਕ ਮਾਮਲਿਆਂ ਦੇ ਵਿੱਚ ਦਿਲਚਸਪੀ ਰੱਖਣ ਵਾਲੇ ਹੋਣੇ ਚਾਹੀਦੇ ਆ। ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਲਈ ਕੀ ਚੰਗਾ ਹੈ, ਕੀ ਬੁਰਾ ਹੈ ਸਾਡੇ ਵਾਸਤੇ, ਵਗੈਰਾ ਵਗੈਰਾ। ਜੇ ਇਹ ਸਾਰੀਆਂ ਗੱਲਾਂ ਲੋਕਾਂ ਦੇ ਵਿੱਚ ਹੋਣਗੀਆਂ ਤਾਂ ਹੀ ਇੱਕ ਵਧੀਆ ਲੋਕਤੰਤਰ ਜਿਹੜਾ ਆ ਉਹ ਬਣ ਸਕਦਾ ਆ। ਅਤੇ ਲੋਕਤੰਤਰ ਦੇ ਰਾਹ ਦੇ ਵਿੱਚ ਰੁਕਾਵਟਾਂ ਕੀ ਹੁੰਦੀਆਂ ਆ? ਰੁਕਾਵਟਾਂ, ਸ਼ਰਤਾਂ ਅਗਰ ਨਹੀਂ ਪੂਰੀਆਂ ਹੋ ਰਹੀਆਂ ਜਿਨ੍ਹਾਂ ਗੱਲਾਂ ਤੋਂ, ਉਹ ਰੁਕਾਵਟਾਂ ਹੀ ਹੈ। ਅਗਰ ਲੋਕ ਅਨਪੜ੍ਹ ਆ ਤਾਂ ਉਹ ਸਭ ਤੋਂ ਵੱਡੀ ਰੁਕਾਵਟ ਆ ਲੋਕਤੰਤਰ ਦੇ ਰਾਹ ਦੇ ਵਿੱਚ। ਜੇ ਲੋਕ ਫਿਰਕਾ ਪ੍ਰਸਤ ਆ, ਭਾਵ ਲੋਕ ਜਿਹੜੇ ਆ ਧਰਮਾਂ ਦੇ ਨਾਂ 'ਤੇ, ਜਾਤਾਂ ਦੇ ਨਾਂ 'ਤੇ, ਭਾਸ਼ਾ ਦੇ ਨਾਂ 'ਤੇ ਲੜਦੇ ਆ ਤਾਂ ਉਹ ਕੀ ਆ, ਲੋਕਤੰਤਰ ਦੇ ਵਿੱਚ ਸਭ ਤੋਂ ਵੱਡੀ ਰੁਕਾਵਟ ਹੈਗੀ ਆ। ਜੇ ਲੋਕ ਜਿਹੜੇ ਆ ਅਸਮਾਨਤਾ ਪਾਈ ਜਾਂਦੀ ਹੈ, ਅਮੀਰ ਬਹੁਤ ਅਮੀਰ ਅਤੇ ਗਰੀਬ ਬਹੁਤ ਗਰੀਬ, ਸਮਾਜਿਕ ਅਸਮਾਨਤਾ, ਆਰਥਿਕ ਅਸਮਾਨਤਾ, ਇਹ ਸਾਰੀਆਂ ਬੁਰਾਈਆਂ ਜਿਸ ਸਮਾਜ ਦੇ ਵਿੱਚ ਹੈਗੀਆਂ ਉੱਥੇ ਲੋਕਤੰਤਰੀ ਜਿਹੜਾ ਵਾ ਉਹ ਫੇਲ ਆ, ਲੋਕਤੰਤਰ ਜਿਹੜਾ ਉਹ ਅਸਫਲ ਹੈ, ਰੁਕਾਵਟ ਹੈ ਉਸਦੀ ਸਫਲਤਾ ਦੇ ਵਿੱਚ। ਹੁਣ ਅਸੀਂ ਜੇ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਲੋਕਤੰਤਰ ਦੀਆਂ ਜਿਹੜੀਆਂ, ਭਾਰਤੀ ਲੋਕਤੰਤਰ ਦੀਆਂ ਕੀ ਵਿਸ਼ੇਸ਼ਤਾਵਾਂ ਹੈਗੀਆਂ ਵਾ? ਭਾਰਤੀ ਲੋਕਤੰਤਰ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹਦਾ ਲੋਕਤੰਤਰੀ ਸੰਵਿਧਾਨ। ਲੋਕਤੰਤਰੀ ਸੰਵਿਧਾਨ ਜਿਹਦੇ ਵਿੱਚ ਜਿਹੜਾ ਸੰਵਿਧਾਨ ਆ ਸਾਨੂੰ ਸਮਾਨਤਾ ਦੇ ਰਿਹਾ ਵਾ, ਸੁਤੰਤਰਤਾ ਦੇ ਰਿਹਾ ਵਾ, ਭਾਈਚਾਰੇ ਦੀ ਭਾਵਨਾ ਦੇ ਰਿਹਾ ਆ। ਸਮਾਨਤਾ ਮਤਲਬ ਹਰ ਤਰ੍ਹਾਂ ਦੀ ਸਮਾਨਤਾ ਇੱਥੇ ਨਾਗਰਿਕਾਂ ਨੂੰ ਮਿਲ ਰਹੀ ਆ। ਉਹਨਾਂ ਨੂੰ ਆਰਥਿਕ ਸਮਾਨਤਾ ਮਿਲ ਰਹੀ ਆ, ਸਮਾਜਿਕ ਸਮਾਨਤਾ ਮਿਲ ਰਹੀ ਆ ਅਤੇ ਆਪਣੀ ਰਾਜਨੀਤਿਕ ਸਮਾਨਤਾ ਮਿਲ ਰਹੀ ਆ। ਆਰਥਿਕ ਸਮਾਨਤਾ ਦੇ ਵਿੱਚ ਉਸਨੂੰ
ਪੈਸੇ ਕਮਾਉਣ ਦਾ ਹਰ ਕਿਸੇ ਨੂੰ ਹੱਕ ਆ। ਕੋਈ ਵੀ ਸਰਕਾਰੀ ਨੌਕਰੀ ਆ ਸਾਰਿਆਂ ਵਾਸਤੇ ਜਿਹੜੀ ਆ ਕੱਢੀ ਜਾਂਦੀ ਆ। ਸਮਾਜਿਕ ਕਿਸੇ ਦੇ ਨਾਲ ਵੀ ਕੋਈ ਵੀ ਭੇਦਭਾਵ ਉਹਨਾਂ ਦੇ ਰੰਗ ਦੇ ਆਧਾਰ 'ਤੇ, ਉਹਨਾਂ ਦੀ ਭਾਸ਼ਾ, ਉਹਨਾਂ ਦੀ ਜਾਤ ਪਾਤ, ਉਹਨਾਂ ਦੇ ਜਨਮ, ਲਿੰਗ ਆਦਿ ਦੇ ਆਧਾਰ 'ਤੇ ਕਿਸੇ ਨਾਲ ਕੋਈ ਭੇਦਭਾਵ ਨਹੀਂ ਹੁੰਦਾ। ਰਾਜਨੀਤਿਕ ਸਮਾਨਤਾ ਮਤਲਬ ਹਰ ਕੋਈ ਜਿਹੜਾ ਵਾ ਉਹ ਆਪਣੀ ਪਸੰਦ ਦਾ ਜਿਹੜਾ ਪ੍ਰਤੀਨਿਧੀ ਚੁਣ ਸਕਦਾ ਆ, ਵੋਟ ਪਾ ਸਕਦਾ ਆ, ਵੋਟ ਲੜ ਸਕਦਾ ਆ। ਉਸ ਤੋਂ ਬਾਅਦ ਆ ਗਿਆ ਸੁਤੰਤਰਤਾ। ਇੱਥੇ ਹਰ ਕਿਸੇ ਨੂੰ ਜਿਹੜੀ ਆ ਕਿਤੇ ਵੀ ਆਉਣ ਜਾਣ ਦੀ, ਆਪਣੇ ਵਿਚਾਰ ਪ੍ਰਗਟਾਉਣ ਦੀ ਜਾਂ ਕੋਈ ਵੀ ਕਿੱਤਾ ਕਰਨ ਦੀ ਜਿਹੜੀ ਸੁਤੰਤਰਤਾ ਹੈ। ਮਤਲਬ ਕੋਈ ਕੁਛ ਵੀ, ਕੋਈ ਬੋਲਣ ਦੀ, ਭਾਸ਼ਣ ਦੇਣ ਦੀ, ਤੁਰਨ ਫਿਰਨ ਦੀ, ਹਰ ਕਿਸੇ ਨੂੰ ਸੁਤੰਤਰਤਾ ਹੈ। ਨਹੀਂ ਤੇ ਅਸੀਂ ਦੁਬਈ ਵਰਗੇ ਦੇਸ਼ ਦੇਖੀਏ ਤਾਂ ਉੱਥੇ ਡੈਮੋਕ੍ਰੇਸੀ ਨਹੀਂ ਹੈਗੀ ਬਿਲਕੁਲ ਵੀ। ਉੱਥੇ ਲੋਕਾਂ ਨੂੰ ਕੋਈ ਸੁਤੰਤਰਤਾ ਨਹੀਂ ਹੈਗੀ। ਲੋਕ ਆਪਣੀ ਗੱਲ ਨਹੀਂ ਬੋਲ ਸਕਦੇ, ਆਪਣੀ ਮਰਜ਼ੀ ਨਹੀਂ ਕਰ ਸਕਦੇ, ਹਰ ਜਗ੍ਹਾ ਇਕੱਠੇ ਨਹੀਂ ਹੋ ਸਕਦੇ ਵਗੈਰਾ ਵਗੈਰਾ। ਫਿਰ ਸਾਨੂੰ ਜਿਹੜਾ ਸਾਡਾ ਲੋਕਤੰਤਰੀ ਸੰਵਿਧਾਨ ਆ ਉਹ ਸਾਨੂੰ ਕੀ ਦਿੰਦਾ ਆ? ਭਾਈਚਾਰੇ ਦੀ ਭਾਵਨਾ ਦਿੰਦਾ ਆ। ਭਾਈਚਾਰੇ ਦੀ ਭਾਵਨਾ ਮਤਲਬ ਕਿ ਭਾਵੇਂ ਜਿੰਨੇ ਮਰਜ਼ੀ ਲੋਕ ਅਲੱਗ ਅਲੱਗ ਆ, ਅਨੇਕਤਾ ਦੇ ਵਿੱਚ ਏਕਤਾ ਵਾਲੀ ਭਾਵਨਾ ਲੋਕਾਂ ਵਿੱਚ ਹੈਗੀ ਆ। ਭਾਵੇਂ ਸਿੱਖ ਆ, ਹਿੰਦੂ ਆ, ਮੁਸਲਮਾਨ ਆ, ਪਰ ਸਭ ਤੋਂ ਪਹਿਲਾਂ ਉਹ ਕੀ ਆ? ਸਾਰੇ ਇੰਡੀਅਨ ਆ, ਉਹ ਸਾਰੇ ਭਰਾ ਭਰਾ ਆ। ਫਿਰ ਉਸ ਤੋਂ ਬਾਅਦ ਲੋਕਤੰਤਰ ਦੇ ਵਿੱਚ ਕੀ ਆ? ਸਾਰਿਆਂ ਨੂੰ ਬਾਲਿਗ ਮਤ ਅਧਿਕਾਰ ਆ ਕਿ 18 ਸਾਲ ਤੋਂ ਵੱਧ ਜਿਹਦੀ ਵੀ ਏਜ ਹੈਗੀ ਆ ਉਹ ਇਨਸਾਨ ਜਿਹੜਾ ਵਾ ਉਹਨੂੰ ਵੋਟ ਪਾਉਣ ਦਾ ਅਧਿਕਾਰ ਆ। ਵੋਟ ਉਹ ਆਪਣੀ ਚੋਣ ਜਿਹੜੀ ਆ ਉਹ ਆਪਣੇ ਪ੍ਰਤੀਨਿਧਾਂ ਦੀ ਚੋਣ ਜਿਹੜੀ ਆ ਆਪ ਕਰ ਸਕਦਾ, ਵਿੱਚ ਭਾਗ ਲੈ ਸਕਦਾ, ਬੇਸ਼ਰਤੇ ਕਿ ਉਸਨੇ ਕੋਈ ਜਿਹੜਾ ਕੋਈ ਕਰੂਰ ਉਹਨੇ ਅਪਰਾਧ ਨਾ ਕੀਤਾ ਹੋਵੇ, ਉੱਤੇ ਕੋਈ ਮੁਕੱਦਮਾ ਦਰਜ ਨਾ ਹੋਵੇ ਜਾਂ ਦਿਮਾਗੀ ਤੌਰ 'ਤੇ ਪਾਗਲ ਨਾ ਹੋਵੇ। ਫਿਰ ਉਸ ਤੋਂ ਬਾਅਦ ਸੰਯੁਕਤ ਚੋਣ ਪ੍ਰਣਾਲੀ। ਸੰਯੁਕਤ ਚੋਣ ਪ੍ਰਣਾਲੀ ਦੇ ਵਿੱਚ ਕੀ ਹੁੰਦਾ ਹੈ ਕਿ ਲੋਕਾਂ ਨੂੰ ਜਿਹੜਾ ਵਾ ਇਹ ਨਹੀਂ ਹੈ ਕਿ ਕਿਸੇ ਦੇ ਖਾਸ ਧਰਮ ਨੂੰ ਚੋਣਾਂ ਲੜਨ ਦੇ ਲਈ ਕੁਝ ਖਾਸ ਜਿਹੜੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਆ। ਮਤਲਬ ਸਾਰੇ ਧਰਮਾਂ ਦੇ ਲੋਕ ਜਿਹੜੇ ਆਪਣਾ ਇੱਕ ਸਾਂਝਾ ਪ੍ਰਤੀਨਿਧੀ ਜਿਹੜਾ ਚੁਣ ਸਕਦੇ ਆ। ਇਹਨੂੰ ਕਹਿੰਦੇ ਸੰਯੁਕਤ ਚੋਣ ਪ੍ਰਣਾਲੀ। ਫਿਰ ਧਰਮ ਨਿਰਪੱਖ ਚੋਣ, ਸੁਤੰਤਰ ਅਤੇ ਨਿਰਪੱਖ ਨਿਆਂਪਾਲਿਕਾ। ਸੁਤੰਤਰ ਅਤੇ ਨਿਰਪੱਖ ਨਿਆਂਪਾਲਿਕਾ ਦੇ ਵਿੱਚ ਕੀ ਆ? ਸਾਡੀ ਜਿਹੜੀ ਸੁਪਰੀਮ ਕੋਰਟ ਜਾਂ ਅਦਾਲਤਾਂ ਹੈ ਸਾਡੇ ਦੇਸ਼ ਦੀਆਂ, ਉਹ ਕਿਸੇ ਗੌਰਮੈਂਟ ਦੇ ਅੰਡਰ ਨਹੀਂ ਹੈਗੀਆਂ ਜਾਂ ਉਹ ਹਰ ਕਿਸੇ ਨੂੰ ਕਾਨੂੰਨੀ ਤੌਰ 'ਤੇ ਸਮਾਨਤਾ ਦੇ ਅਧਿਕਾਰ 'ਤੇ ਨਿਆਂ ਦਿੰਦੀਆਂ ਆ। ਫਿਰ ਧਰਮ ਨਿਰਪੱਖਤਾ। ਧਰਮ ਨਿਰਪੱਖਤਾ ਦੇ ਵਿੱਚ ਕੀ ਆ ਕਿ ਸਾਡਾ ਦੇਸ਼ ਜਿਹੜਾ ਆ ਉਹ ਧਰਮ ਨਿਰਪੱਖ ਹੈਗਾ ਆ। ਲੋਕਤੰਤਰ ਦੇ ਵਿੱਚ ਕਿਸੇ ਵੀ ਧਰਮ ਨੂੰ ਖਾਸ ਨਹੀਂ ਮੰਨਿਆ ਜਾਂਦਾ, ਕਿਸੇ ਧਰਮ ਨੂੰ ਉੱਚਾ ਨੀਵਾਂ ਨਹੀਂ ਮੰਨਿਆ ਜਾਂਦਾ, ਸਾਰੇ ਧਰਮਾਂ ਨੂੰ ਬਰਾਬਰ ਮੰਨਿਆ ਜਾਂਦਾ ਹੈ। ਉਸ ਤੋਂ ਬਾਅਦ ਇਹ ਰਾਜਨੀਤਿਕ ਅਧਿਕਾਰ ਕਿ ਹਰ ਕਿਸੇ ਨੂੰ ਵੋਟ ਲੜਨ ਅਤੇ ਵੋਟ ਪਾਉਣ ਦਾ ਅਧਿਕਾਰ ਹੈ। ਨਿਸ਼ਚਿਤਕਾਲੀਨ ਅਤੇ ਸੁਤੰਤਰ ਚੋਣਾਂ ਭਾਵ ਕਿ 5 ਸਾਲ ਬਾਅਦ ਜਿਹੜੀਆਂ ਵਾ ਹਰ 5 ਸਾਲ ਬਾਅਦ ਚੋਣਾਂ ਜਿਹੜੀਆਂ ਕਰਵਾਈਆਂ ਜਾਣਗੀਆਂ। ਹੁਣ ਤੱਕ 17 ਜਨਰਲ ਇਲੈਕਸ਼ਨ ਮਤਲਬ ਆਮ ਚੋਣਾਂ ਜਿਹੜੀਆਂ ਹੋ ਚੁੱਕੀਆਂ ਆ। ਗਣਰਾਜੀ ਪ੍ਰਣਾਲੀ ਕਿ ਇੱਥੋਂ ਦਾ ਜਿਹੜਾ ਸੰਵਿਧਾਨਕ ਮੁਖੀ ਹੋਵੇਗਾ, ਜਿਹੜਾ ਰਾਜ ਦਾ ਮੁਖੀ ਹੋਵੇਗਾ। ਰਾਜ ਦਾ ਮੁਖੀ ਕੌਣ ਹੁੰਦਾ ਹੈ? ਰਾਜ ਦਾ ਮੁਖੀ ਹੁੰਦਾ ਹੈ ਰਾਸ਼ਟਰਪਤੀ। ਅਤੇ ਰਾਸ਼ਟਰਪਤੀ ਜਿਹੜਾ ਹੈ ਉਹ ਇਨਡਾਇਰੈਕਟਲੀ ਲੋਕਾਂ ਦੁਆਰਾ ਹੀ ਚੁਣਿਆ ਜਾਵੇਗਾ, ਅਪ੍ਰਤੱਖ ਤੌਰ ਨਾਲ ਲੋਕਾਂ ਦੁਆਰਾ ਹੀ ਚੁਣਿਆ ਜਾਵੇਗਾ। ਅਤੇ ਲੋਕ ਜਿਹੜੀ ਦੇਸ਼ ਦੀ ਸ਼ਕਤੀ ਜਿਹੜੀ ਆ ਉਹ ਕਿਸੇ ਇੱਕ ਪਰਸਨ ਦੇ ਵਿੱਚ ਜਾਂ ਫਿਰ ਕੁਝ ਪਰਸਨ ਦੇ ਹੱਥਾਂ ਵਿੱਚ ਨਾ ਹੋ ਕੇ ਸਾਰੀ ਜਨਤਾ ਪਾਸ ਹੋਵੇਗੀ। ਜਨਤਾ ਦੇ ਕੋਲ ਸਾਰੀ ਜਿਹੜੀ ਸ਼ਕਤੀ ਹੋਵੇਗੀ, ਸਰਕਾਰ ਦੇ ਅੱਗੇ ਜਨਤਾ ਸਵਾਲ ਜਵਾਬ ਕਰ ਸਕਦੀ ਹੈ। ਫਿਰ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਕਿ ਭਾਰਤ ਦੇ ਵਿੱਚ ਚੋਣਾਂ ਕਿਵੇਂ ਹੁੰਦੀਆਂ ਆ। ਭਾਰਤ ਦੇ ਵਿੱਚ ਚੋਣ ਪ੍ਰਕਿਰਿਆ ਕੀ ਹੈਗੀ ਆ? ਤਾਂ ਇਹ ਸਾਨੂੰ ਪਤਾ ਹੀ ਹੈ ਕਿ ਪਹਿਲਾਂ ਨਾਮਜ਼ਦਗੀ ਪੱਤਰ ਭਰਦੇ ਆ, ਫਿਰ ਚੋਣ ਮੁਹਿੰਮ ਸਟਾਰਟ ਹੋ ਜਾਂਦੀ ਹੈ, ਫਿਰ ਮਤਦਾਨ ਹੁੰਦਾ, ਫਿਰ ਗਿਣਤੀ ਹੁੰਦੀ ਆ। ਹੁਣ ਅਸੀਂ ਇਹਨਾਂ ਨੂੰ ਥੋੜ੍ਹਾ ਜਿਹਾ ਪੂਰੇ ਵਧੀਆ ਤਰੀਕੇ ਨਾਲ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਤਾਂ ਚੋਣ ਖੇਤਰ ਜਿਹੜਾ ਉਹ ਚੁਣਿਆ ਜਾਂਦਾ ਹੈ। ਚੋਣ ਖੇਤਰ ਜਿਹਨੂੰ ਅਸੀਂ ਕੀ ਕਹਿੰਦੇ ਹਾਂ? ਕੰਸਟੀਚੁਐਂਸੀ। ਇੰਗਲਿਸ਼ ਵਿੱਚ ਕਹਿੰਦੇ ਅਸੀਂ ਕੰਸਟੀਚੁਐਂਸੀ। ਕੰਸਟੀਚੁਐਂਸੀ ਮਤਲਬ ਸੀਟ। ਆਪਾਂ ਕਹਿ ਦਿੰਦੇ ਨਾ ਇੰਨੀਆਂ ਸੀਟਾਂ ਆ। ਪੰਜਾਬ ਦੇ ਵਿੱਚ ਕਿੰਨੀਆਂ ਸੀਟਾਂ ਨੇ? ਪੰਜਾਬ ਦੇ ਵਿੱਚ 117 ਸੀਟਾਂ ਨੇ, ਭਾਵ ਕਿ 117 ਜਿਹੜੇ MLA ਉਹ ਬਣਦੇ ਆ। ਅਤੇ ਪੂਰੇ ਦੇ ਪੂਰੇ ਜਿਹੜਾ ਆਪਣਾ ਇੱਕ ਸਟੇਟ ਹੁੰਦੀ ਆ, ਉਹ ਸਾਰੀ ਸਟੇਟ ਨੂੰ ਪਾਪੂਲੇਸ਼ਨ ਦੇ ਹਿਸਾਬ ਨਾਲ ਕੁਝ ਵੰਡ ਦਿੱਤਾ ਜਾਂਦਾ ਕੁਝ ਸੀਟਾਂ ਦੇ ਵਿੱਚ। ਮਤਲਬ ਪਰ
ਆਪਾਂ ਲਾ ਲੈਂਦੇ ਕਿ ਕੁੱਲ ਪਾਪੂਲੇਸ਼ਨ ਕਿੰਨੀ ਆ। ਜੇ ਕੁੱਲ ਪਾਪੂਲੇਸ਼ਨ ਜਿਹੜੀ ਆ ਉਹ 5 ਲੱਖ ਆ ਅਤੇ 10 ਹਜ਼ਾਰ ਪਾਪੂਲੇਸ਼ਨ ਆ, 10,000 ਦੇ ਪਿੱਛੇ ਇੱਕ MLA, 10,000 ਦੇ ਪਿੱਛੇ 20,000 ਦੇ ਪਿੱਛੇ, ਇਸ ਤਰ੍ਹਾਂ ਮਤਲਬ ਜਿਹੜੀ ਆ ਕੰਸਟੀਟਿਊਂਸੀ ਜਿਹੜੀ ਬਣਾ ਲਈ ਜਾਂਦੀ ਆ, ਚੋਣ ਖੇਤਰ ਜਿਹੜਾ ਨਿਸ਼ਚਿਤ ਕਰ ਲਿਆ ਜਾਂਦਾ ਵਾ। ਫਿਰ ਚੋਣ ਪ੍ਰਕਿਰਿਆ ਦੇ ਵਿੱਚ ਇਹ ਦੇਖਿਆ ਜਾਂਦਾ ਕਿ ਕਿਹੜੇ ਨਿਸ਼ਚਿਤ ਖੇਤਰ ਤੋਂ ਕਿਸ ਸੀਟ ਤੋਂ ਕਿਹੜਾ MLA ਜਿਹੜਾ ਵਾ ਚੋਣ ਲੜੇਗਾ। ਫਿਰ ਮਤਦਾਤਾ ਦੀ ਸੂਚੀ ਜਿਹੜੀ ਤਿਆਰ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਲੋਕਾਂ ਦੀ ਉਮਰ ਜਿਹੜੀ 18 ਸਾਲ ਤੋਂ ਉੱਪਰ ਆ, ਉਹਨਾਂ ਦੇ ਜਿਹੜੇ ਡਾਕੂਮੈਂਟਸ ਸਾਰੇ ਤਿਆਰ ਕੀਤੇ ਜਾਂਦੇ ਆ, ਉਹਨਾਂ ਦੀ ਇੱਕ ਸੂਚੀ ਜਿਹੜੀ ਉਹ ਤਿਆਰ ਕਰ ਦਿੱਤੀ ਜਾਂਦੀ। ਔਨਲਾਈਨ ਇਹ ਸਾਰਾ ਕੰਮ ਜਿਹੜਾ ਅੱਜ ਕੱਲ੍ਹ ਹੋਣ ਲੱਗ ਪਿਆ ਹੈ। ਉਸ ਤੋਂ ਬਾਅਦ ਚੋਣ ਮਿਤੀ ਦਾ ਐਲਾਨ। ਇਹ ਸਾਰਾ ਜਿਹੜਾ ਚੋਣਾਂ ਦਾ ਕੰਮ ਹੈ ਇਹ ਕਰਦਾ ਕੌਣ ਹੈ? ਚੋਣ ਆਯੋਗ। ਚੋਣ ਆਯੋਗ ਜਾਂ ਫਿਰ ਇੰਗਲਿਸ਼ 'ਚ ਅਸੀਂ ਉਹਨੂੰ ਕਹਿੰਦੇ ਹਾਂ ਚੋਣ ਕਮਿਸ਼ਨ। ਅਸੀਂ ਉਹਨੂੰ ਚੋਣ ਕਮਿਸ਼ਨ ਕਹਿੰਦੇ ਹਾਂ। ਇਹ ਚੋਣ ਕਮਿਸ਼ਨ ਦਾ ਕੰਮ ਹੁੰਦਾ ਸਾਰਾ, ਜਿਹੜੇ ਸਾਡੇ ਸੰਵਿਧਾਨ ਨਿਰਮਾਤਾ ਸੀਗੇ ਉਹਨਾਂ ਨੂੰ ਪਤਾ ਸੀਗਾ ਕਿ ਅਸੀਂ ਨਿਰਪੱਖ ਚੋਣਾਂ ਕਰਵਾਉਣੀਆਂ, ਇਸ ਕਰਕੇ ਉਹਨਾਂ ਨੇ ਚੋਣ ਕਮਿਸ਼ਨ ਦਾ ਜਿਹੜਾ ਸੀਗਾ ਸਥਾਪਨਾ ਕਰ ਦਿੱਤੀ ਸੀ। ਅਤੇ ਚੋਣ ਕਮਿਸ਼ਨ ਵੱਲੋਂ ਚੋਣ ਮਿਤੀ ਦਾ ਐਲਾਨ ਕਰ ਦਿੱਤਾ ਜਾਂਦਾ ਆ। ਚੋਣਾਂ ਕਿਸ ਦਿਨ ਹੋਣਗੀਆਂ, ਕਿਸ ਦਿਨ, ਕਿਸ ਸਮੇਂ ਅਤੇ ਕਦੋਂ ਸਮਾਪਤ ਕੀਤੀਆਂ ਜਾਣਗੀਆਂ, ਕਿਸ ਸਮੇਂ ਨੂੰ, ਉਹਨਾਂ ਦੀ ਗਿਣਤੀ ਕਦੋਂ ਹੋਣੀ ਹੈ, ਰਿਜ਼ਲਟ ਕਦੋਂ ਨਿਕਲਣਾ, ਸਾਰਾ ਕੁਛ ਜਿਹੜਾ ਪਹਿਲਾਂ ਉਹਦੇ ਦੀ ਡੇਟਸ ਜਿਹੜੀਆਂ ਅਨਾਊਂਸ ਕਰ ਲਈਆਂ ਜਾਂਦੀਆਂ ਨੇ। ਫਿਰ ਉਸ ਤੋਂ ਬਾਅਦ ਨਾਮਜ਼ਦਗੀ ਫਾਰਮ ਭਰਨ ਦੀ ਵਾਰੀ ਆਉਂਦੀ ਆ। ਜਿਸ ਕਿਸੇ ਨੇ ਵੀ ਚੋਣ ਲੜਨੀ ਹੈ ਉਸ ਨੂੰ ਚੋਣ ਆਯੋਗ ਵੱਲੋਂ ਇੱਕ ਫਾਰਮ ਦਿੱਤਾ ਜਾਂਦਾ ਹੈ, ਉਸ ਨੂੰ ਭਰ ਕੇ ਦੇਣਾ ਪੈਂਦਾ ਹੈ, ਆਪਣੀ ਉਸ ਨੂੰ ਸਹਿਮਤੀ ਦੇਣੀ ਪੈਂਦੀ ਹੈ। ਨਾਲ ਇਸ ਨਾਮਜ਼ਦਗੀ ਪੱਤਰ 'ਤੇ ਭਰਨ ਵਾਲੇ ਦਾ ਨਾਮ ਅਤੇ ਨਾਲ ਉਹਦੇ ਇੱਕ ਗਵਾਹ ਦਾ ਹੁੰਦਾ ਜਿਹੜਾ ਉਸ ਦਾ ਸਮਰਥਨ ਕਰ ਰਿਹਾ ਹੁੰਦਾ ਆ। ਅਤੇ ਉਹਨਾਂ ਨਿਸ਼ਚਿਤ ਮਿਤੀ ਦੇ ਅੰਦਰ ਜਿਹੜਾ ਰਿਟਰਨਿੰਗ ਆਫਿਸਰ ਨੂੰ ਜਮ੍ਹਾਂ ਕਰਵਾਉਣਾ ਹੁੰਦਾ ਹੈ ਨਾਮਜ਼ਦਗੀ ਪੱਤਰ। ਉਸ ਤੋਂ ਬਾਅਦ ਨਾਮ ਵਾਪਸੀ। ਜੇਕਰ ਕੋਈ ਇਨਸਾਨ ਹੈ ਜੇਕਰ ਕੋਈ ਚੋਣ ਨਹੀਂ ਲੜਨਾ ਚਾਹੁੰਦਾ ਤਾਂ ਉਹ ਨਿਸ਼ਚਿਤ ਮਿਤੀ ਤੋਂ ਪਹਿਲਾਂ ਆਪਣਾ ਨਾਮ ਜਿਹੜਾ ਵਾਪਸ ਵੀ ਲੈ ਸਕਦਾ ਵਾ, ਉਸ ਦੀ ਸਾਰੀ ਰਾਸ਼ੀ ਉਹਨੂੰ ਵਾਪਸ ਕਰ ਦਿੱਤੀ ਜਾਂਦੀ ਆ। ਫਿਰ ਵਾਰੀ ਆਉਂਦੀ ਚੋਣ ਨਿਸ਼ਾਨ ਦੀ। ਹੁਣ ਸਾਡੀ ਜਿਹੜੇ ਦੇਸ਼ ਦੇ ਵਿੱਚ ਜਿੰਨੀਆਂ ਵੀ ਨੈਸ਼ਨਲ ਪਾਰਟੀ ਆ, ਜਿਸ ਤਰ੍ਹਾਂ ਕਾਂਗਰਸ ਪਾਰਟੀ ਆ, ਭਾਜਪਾ ਹੈ, ਕਾਂਗਰਸ ਪਾਰਟੀ ਦਾ ਪੰਜਾ ਹੈਗਾ ਆ, ਭਾਜਪਾ ਦਾ ਹੈਗਾ ਆ ਕਮਲ, ਅਤੇ ਸ਼੍ਰੋਮਣੀ ਅਕਾਲੀ ਦਲ ਦੀ ਤੱਕੜੀ, ਇਹ ਸਾਰੀਆਂ ਜਿਹੜੀਆਂ ਵਾ ਚੋਣ ਜਿਹੜੀਆਂ ਵਾ ਨਿਸ਼ਾਨ ਜਿਹੜੇ ਉਹ ਅਲਾਟ ਕਰ ਦਿੱਤੇ ਜਾਂਦੇ ਉਮੀਦਵਾਰ ਨੂੰ। ਇਹ ਚੋਣ ਆਯੋਗ ਵੀ ਅਲਾਟ ਕਰਦਾ ਵਾ, ਅਤੇ ਜਿਹੜੇ ਕਿਸੇ ਪਾਰਟੀ ਵੱਲੋਂ ਲੜ ਰਹੇ ਹੁੰਦੇ ਆ ਉਹਨਾਂ ਨੂੰ ਪਾਰਟੀਆਂ ਆਪ ਚੋਣ ਨਿਸ਼ਾਨ ਜਿਹੜੀਆਂ ਅਲਾਟ ਕਰਦੀਆਂ ਵਾ। ਫਿਰ ਸਟਾਰਟ ਹੋ ਜਾਂਦੀ ਹੈ ਚੋਣ ਮੁਹਿੰਮ, ਮਤਲਬ ਕੈਂਪੇਨ। ਇਸ ਦੇ ਵਿੱਚ ਕੀ ਹੁੰਦਾ ਹੈ? ਫਿਰ ਇਸ ਦੇ ਵਿੱਚ ਸਾਨੂੰ ਪਤਾ ਹੀ ਅੱਜ ਕੱਲ੍ਹ ਚੋਣਾਂ ਹੋ ਰਹੀਆਂ ਸਾਡੇ ਵੀ ਇੱਥੇ। ਜਿਹੜੇ MLA, ਜਿਹੜੇ ਵੀ ਲੋਕ, ਜਿਹੜੇ ਉਮੀਦਵਾਰ ਆ, ਜਿਹੜੇ ਚੋਣਾਂ ਲੜ ਰਹੇ ਆ, ਉਹ ਆਪਣੇ ਵਾਅਦੇ ਜਿਹੜੇ ਆਪਣੇ ਮੈਨੀਫੈਸਟੋ ਤਿਆਰ ਕਰਦੇ, ਪ੍ਰੋਟੋਕੋਲ ਤਿਆਰ ਕਰਦੇ ਵੀ ਅਸੀਂ ਕੀ ਕਰਾਂਗੇ, ਲੋਕਾਂ ਦੇ ਨਾਲ ਵਾਅਦੇ ਕਰਦੇ ਆ, ਇਸ਼ਤਿਹਾਰਬਾਜ਼ੀਆਂ ਕਰਦੇ ਆ, ਰੈਲੀਆਂ ਕਰਦੇ, ਭਾਸ਼ਣਬਾਜ਼ੀਆਂ ਕਰਦੇ ਆ, ਐਡਸ ਦਿੰਦੇ ਆ, ਅਤੇ ਉਹ ਆਪਣੀ ਮੁਹਿੰਮ ਜਿਹੜੀ ਆ ਉਹ ਲੋਕਾਂ ਤੱਕ ਆਪਣੀ ਗੱਲ ਜਿਹੜੀ ਪਹੁੰਚਾਉਂਦੇ ਆ। ਅਤੇ ਇਹ ਜਿਹੜੀ ਚੋਣ ਮੁਹਿੰਮ ਆ ਇਹ 48 ਘੰਟੇ ਪਹਿਲਾਂ, ਵੋਟਾਂ ਹੋਣ ਤੋਂ 48 ਘੰਟੇ ਪਹਿਲਾਂ ਇਹ ਬੰਦ ਕਰਨੀ ਹੁੰਦੀ ਆ। ਕਿਸੇ ਵੀ ਹਾਲਤ ਵਿੱਚ 48 ਘੰਟੇ ਤੋਂ ਪਹਿਲਾਂ ਜਿਹੜੀ ਆ 2 ਦਿਨ ਪਹਿਲਾਂ ਜਿਹੜੀ ਆ ਚੋਣ ਮੁਹਿੰਮ ਬੰਦ ਕਰ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਵਾਰੀ ਆ ਜਾਂਦੀ, ਹੁਣ ਆ ਗਿਆ ਵੋਟਾਂ ਵਾਲਾ ਦਿਨ ਅਤੇ ਆ ਗਏ ਸਾਰੇ ਪੋਲਿੰਗ ਸਟੇਸ਼ਨ 'ਤੇ। ਹੁਣ ਪੋਲਿੰਗ ਸਟੇਸ਼ਨ 'ਤੇ ਲੋਕ ਉਹੀ ਜਾਣਗੇ ਜਿਨ੍ਹਾਂ ਦੀ ਵੋਟਿੰਗ ਲਿਸਟ ਦੇ ਵਿੱਚ ਜਿਨ੍ਹਾਂ ਦਾ ਨਾਮ ਹੈ, ਅਤੇ ਪੋਲਿੰਗ ਬੂਥ ਜਿਹੜੇ ਉਹਨਾਂ ਦੇ ਨੇੜੇ ਰੱਖੇ ਜਾਂਦੇ ਤਾਂ ਕਿ ਉਹਨਾਂ ਨੂੰ ਆਉਣ ਜਾਣ ਦੇ ਵਿੱਚ ਕੋਈ ਦਿੱਕਤ ਨਾ ਹੋਵੇ। ਹੁਣ ਜਦੋਂ ਵੋਟਾਂ ਖਤਮ ਹੋ ਗਈਆਂ, ਪੋਲਿੰਗ ਹੋ ਗਈ ਹੈ ਸਾਰੀ, ਫਿਰ ਆਉਂਦੀ ਹੈ ਵਾਰੀ ਮਤਾਂ ਦੀ ਗਿਣਤੀ, ਮਤਲਬ ਵੋਟਾਂ ਦੀ ਗਿਣਤੀ ਅਤੇ ਨਤੀਜੇ। ਫਿਰ ਜਿਹੜੇ ਰਿਟਰਨਿੰਗ ਆਫਿਸਰ ਆ ਉਹ ਸਾਰੇ ਉਹਨਾਂ ਦੀ ਨਿਗਰਾਨੀ ਦੇ ਵਿੱਚ ਜਿਹੜੇ ਕਰਮਚਾਰੀ ਆ, ਜਿਹੜੀ EVM ਮਸ਼ੀਨਾਂ ਹੁੰਦੀਆਂ ਆ, ਉਹਨਾਂ ਨੂੰ ਪੂਰੀ ਸੀਲ ਕਰਕੇ ਆਫਿਸ ਦੇ ਵਿੱਚ ਲੈ ਜਾਂਦੇ ਆ। ਅਤੇ ਜਿਸ ਦਿਨ ਵੀ ਜਿਹੜਾ ਵਾ ਚੋਣ ਕਮਿਸ਼ਨ ਜਿਹੜਾ ਵਾ ਉਹ ਇੱਕ ਦਿਨ ਨਿਸ਼ਚਿਤ ਕਰ ਲੈਂਦੇ ਆ, ਜਿਸ ਦਿਨ ਉਹ ਰਿਟਰਨਿੰਗ ਆਫਿਸਰ ਅਤੇ ਉਸਦੇ ਕਰਮਚਾਰੀ ਜਿਹੜੇ ਉਹਨਾਂ ਸਾਰਿਆਂ ਨੂੰ ਡਿਊਟੀ 'ਤੇ ਤਾਇਨਾਤ ਕਰ ਲੈਂਦੇ ਆ। ਸਾਰੇ ਜਿਹੜੇ ਰਲ ਮਿਲ ਕੇ ਨਾਲ ਹੀ ਜਿੰਨੇ ਵੀ ਲੋਕਾਂ ਨੇ ਚੋਣ ਲੜੀ ਹੁੰਦੀ ਉਹਨਾਂ ਸਾਰਿਆਂ ਦੇ ਉਮੀਦਵਾਰ ਇੱਕ 2 ਸਾਰੇ ਉੱਥੇ ਹਾਜ਼ਰ ਹੁੰਦੇ ਆ। ਫਿਰ ਸਾਰਿਆਂ ਦੇ ਸਾਹਮਣੇ ਹੀ ਉਹਨਾਂ ਵੋਟਾਂ ਦੀ ਗਿਣਤੀ ਹੁੰਦੀ ਆ, ਅਤੇ ਜਿਹਨੂੰ ਵੀ ਸਭ ਤੋਂ ਵੱਧ ਵੋਟਾਂ ਮਿਲੀਆਂ ਹੁੰਦੀਆਂ ਉਸ ਨੂੰ ਜੇਤੂ ਕਰਾਰ ਕਰ ਦਿੱਤਾ ਜਾਂਦਾ ਆ। ਹੁਣ ਗੱਲ ਆ ਗਈ ਚੋਣ ਖਰਚੇ ਦੀ। ਚੋਣਾਂ 'ਤੇ ਕਿੰਨਾ ਖਰਚਾ ਜਿਹੜਾ ਲੱਗੇਗਾ, ਸਾਰੇ ਦਾ ਸਾਰਾ ਜਿਹੜਾ ਵਾ ਉਹ ਲਿਮਿਟ ਇੱਕ ਰੱਖ ਦਿੱਤੀ ਜਾਂਦੀ ਆ, ਤਾਂ ਕਿ ਜਿਹੜਾ ਅਮੀਰ ਵਿਅਕਤੀ ਆ ਉਹ ਆਪਣੀ ਪੈਸੇ ਦੇ ਸਿਰ 'ਤੇ ਜੇਤੂ ਨਾ ਬਣ ਜਾਵੇ। ਸੋ ਗਰੀਬ ਆਦਮੀ ਨੂੰ ਵੀ ਬਰਾਬਰ ਦਾ ਮੌਕਾ ਮਿਲੇ, ਇਸ ਕਰਕੇ ਚੋਣਾਂ ਦੇ ਵਿੱਚ ਜਿਹੜਾ ਖਰਚਾ ਕੀਤਾ ਜਾਂਦਾ ਉਹਦੀ ਇੱਕ ਲਿਮਿਟ ਜਿਹੜੀ ਰੱਖੀ ਜਾਂਦੀ ਚੋਣ ਕਮਿਸ਼ਨ ਵੱਲੋਂ। ਉਸ ਤੋਂ ਬਾਅਦ ਆ ਗਿਆ ਚੋਣ ਵਿਰੁੱਧ ਅਪੀਲ। ਜੇ ਕਿਸੇ ਵੀ ਉਮੀਦਵਾਰ ਨੂੰ ਲੱਗਦਾ ਹੈ ਕਿ ਉਸ ਦੇ ਨਾਲ ਕੋਈ ਧੱਕਾ ਹੋਇਆ ਹੈ, ਉਸ ਦੇ ਨਾਲ
ਕੋਈ ਵੀ ਕੋਈ ਧੋਖਾਧੜੀ ਹੋਈ ਹੈ ਜਾਂ ਕੋਈ ਵੀ ਹੇਰਾਫੇਰੀ ਹੋਈ ਹੈ ਚੋਣਾਂ ਦੇ ਵਿੱਚ, ਤਾਂ ਡਾਇਰੈਕਟ ਜਿਹੜਾ ਵਾ ਸੁਪਰੀਮ ਕੋਰਟ ਦੇ ਵਿੱਚ ਆਪਣੀ ਅਪੀਲ ਕਰ ਸਕਦਾ ਆ। ਅਤੇ ਜੇਕਰ ਜਾਂਚ ਪੜਤਾਲ ਦੇ ਵਿੱਚ ਕੋਈ ਉਮੀਦਵਾਰ ਦੋਸ਼ੀ ਪਾਇਆ ਜਾਂਦਾ ਆ ਤਾਂ ਉਸ ਦੀ ਜਿਹੜੀ ਵੋਟ ਹੈ ਉਸ ਦੀ ਜਿਹੜੀ ਚੋਣ ਹੈ ਜਿਹੜੀ ਉਹਨੇ ਲੜੀ ਸੀਗੀ ਉਹ ਰੱਦ ਕਰ ਦਿੱਤੀ ਜਾਂਦੀ ਹੈ। ਫਿਰ ਉਸ ਤੋਂ ਬਾਅਦ ਇਹ ਸਾਰਾ ਕੰਮ ਜਿਹੜਾ ਆ ਇਹ ਨਿਰਪੱਖ ਚੋਣਾਂ ਜਿਹੜੀਆਂ ਚੋਣ ਕਮਿਸ਼ਨ ਵੱਲੋਂ ਕਰਵਾਈਆਂ ਜਾਂਦੀਆਂ। ਅਤੇ ਚੋਣ ਕਮਿਸ਼ਨ ਜਿਹੜੀ ਹੈ 3 ਮੈਂਬਰੀ ਕਮੇਟੀ ਹੁੰਦੀ ਹੈ ਜਿਨ੍ਹਾਂ ਦੀ ਜਿਨ੍ਹਾਂ ਨੂੰ ਜਿਹੜੀ ਨਿਯੁਕਤੀ ਆ ਉਹ ਕਰਦਾ ਕੌਣ ਹੈ? ਉਹ ਕਰਦਾ ਹੈ ਰਾਸ਼ਟਰਪਤੀ। ਕਿੰਨੇ ਸਾਲ ਲਈ ਚੋਣ ਕਮਿਸ਼ਨ ਦੇ ਜਿਹੜੇ ਮੈਂਬਰ ਹੈਗੇ ਆ ਇਹਨਾਂ ਦੀ ਕਿੰਨੇ ਸਾਲ ਲਈ ਕੀਤੀ ਜਾਂਦੀ ਨਿਯੁਕਤੀ? 6 ਸਾਲ ਵਾਸਤੇ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ। ਇਹ ਚੀਜ਼ ਅਸੀਂ ਯਾਦ ਰੱਖਣੀ ਆ। ਸੋ ਜੇ ਤਾਂ ਤੁਹਾਨੂੰ ਵਧੀਆ ਲੱਗਿਆ ਹੈ ਇਹ ਲੈਕਚਰ ਤਾਂ ਤੁਸੀਂ ਵੀਡੀਓ ਨੂੰ ਲਾਈਕ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ। ਇਸ ਦਾ ਰਹਿੰਦਾ ਪਾਰਟ ਜਿਹੜਾ ਲੈਸਨ ਦਾ ਉਹ ਅਸੀਂ ਕੱਲ੍ਹ ਲੈ ਕੇ ਆਵਾਂਗੇ।